के मर के जीना। सब तो पहले पढ़ांगे असीं रोमियां दी पत्री 6 अध्याय 3 और 4 पढ़ांगे। छे अध्याय 3 और 4। अथवा तुसी इस गल तो अनजान हो भाई साडे विचों जिन्हां ने मसीह यीशु दा बपतिस्मा लिया ओहदी मौत दा बपतिस्मा लिया सो असी मौत दा बपतिस्मा लैण करके ओहदे नाल दब्बे गए तां जो जिवें पिता दी वडियाई दे वसीले नाल ओह मसीह मुर्दियां विचों जवालिया गया तिवें असी भी नवे जीवन दे राह चलीए। हालेलुया 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 हालेलुया। इधर ध्यान दिओ। अथवा तुसी इस गल तो अनजान हो भई साडे विचों जिन्हां ने मसीह यस्सु दा बपतिस्मा लिया ओदी मौत दा बपतिस्मा लिया। बपतिस्मा लिया। इत्थे बपतिस्मे दी गल कीती जाण रही है। ਉਹ ਸੰਤ ਪੌਲੁਸ ਰੋਮੀਆਂ ਦੀ ਪੱਤਰ ਵਿੱਚ ਕੀ ਕਹਿੰਦਾ ਹੈ ਕਿ ਇਸ ਗੱਲ ਤੋਂ ਅਸੀਂ ਹੁਣ ਅਣਜਾਣ ਨਹੀਂ ਆ ਜਿਨ੍ਹਾਂ ਨੇ ਬਪਤਿਸਮਾ ਲਿਆ ਹੈ ਪਾਣੀ ਵਿੱਚ ਡੁੱਬਕੀ ਆ ਜਿਨ੍ਹਾਂ ਬਪਤਿਸਮਾ ਲਿਆ ਆ ਕਹਿੰਦਾ ਇਸ ਗੱਲ ਤੋਂ ਅਣਜਾਣ ਨਹੀਂ ਜੇ ਕਿ ਜਿਨ੍ਹਾਂ ਨੇ ਮਸੀਹ ਯਿਸੂ ਦਾ ਬਪਤਿਸਮਾ ਲਿਆ ਉਹਦੀ ਮੌਤ ਦਾ ਬਪਤਿਸਮਾ ਲਿਆ। ਅੱਗੇ ਆਇਤ ਵਿੱਚ ਕੀ ਕਹਿੰਦਾ ਹੈ ਸੋ ਅਸੀਂ ਮੌਤ ਦਾ ਬਪਤਿਸਮਾ ਲੈਣ ਕਰਕੇ ਉਹਦੇ ਨਾਲ ਦੱਬੇ ਗਏ ਜੋ ਜਿਵੇਂ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜਵਾਲਿਆ ਗਿਆ ਤਿਵੇਂ ਅਸੀਂ ਵੀ ਨਵੇਂ ਜੀਵਨ ਦੇ ਰਾਹ ਚੱਲੀਏ। ਠੀਕ ਹੈ। ਬਪਤਿਸਮਾ ਕੀ ਦਰਸਾਉਂਦਾ ਆ ਕਿ ਜਦੋਂ ਅਸੀਂ ਬਪਤਿਸਮਾ ਲੈਨੇ ਆ ਪਾਣੀ ਵਿੱਚ ਖੜੇ ਹੋ ਕੇ ਆਪਣੇ ਪਾਪਾਂ ਦਾ ਇਕਰਾਰ ਕਰਦੇ ਆ ਤੋਬਾ ਕਰਦੇ ਆ। ਠੀਕ ਹੈ। ਤੋਬਾ ਕਰਨ ਤੋਂ ਬਾਅਦ ਜਦੋਂ ਅਸੀਂ ਆਪਣੇ ਪਾਪਾਂ ਦਾ ਇਕਰਾਰ ਕਰਦੇ ਆ ਉਸ ਤੋਂ ਬਾਅਦ ਤੋਬਾ ਕਰਨ ਤੋਂ ਬਾਅਦ ਪਾਣੀ ਵਿੱਚ ਡੁਬਕੀ ਲੈ ਕੇ ਬਪਤਿਸਮਾ ਲੈਨੇ ਤਾਂ ਜਦੋਂ ਪਾਣੀ ਦੇ ਅੰਦਰ ਜਾਂਦੇ ਆ ਜਿੱਦਾਂ ਪ੍ਰਭੂ ਯਿਸੂ ਮਸੀਹ ਸੂਲੀ ਤੇ ਚੜਿਆ। ਠੀਕ ਹੈ। ਹਾਂਜੀ। ਪ੍ਰਭੂ ਯਿਸੂ ਮਸੀਹ ਸੂਲੀ ਤੇ ਚੜਾਇਆ ਗਿਆ ਅਸੀਂ ਕੀ ਕਰਦੇ ਆ ਅਸੀਂ ਵੀ ਆਪਣੇ ਪਾਪਾਂ ਤੋਂ ਮਰ ਜਾਂਦੇ ਹਾਂ। ਪ੍ਰਭੂ ਯਿਸੂ ਮਸੀਹ ਨੇ ਸੂਲੀ ਦੇ ਉੱਤੇ ਜਾਨ ਦਿੱਤੀ ਅਸੀਂ ਵੀ ਜਦੋਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ ਤੇ ਅਸੀਂ ਪੁਰਾਣੇ ਜੀਵਨ ਤੋਂ ਮਰ ਜਾਂਦੇ ਹਾਂ। ਹੁਣ ਸਾਡਾ ਪੁਰਾਣੇ ਜੀਵਨ ਵਿੱਚ ਕੋਈ ਤਾਲੁਕ ਨਹੀਂ। ਠੀਕ ਹੈ। ਉਹ ਜਦੋਂ ਪ੍ਰਭੂ ਯਿਸੂ ਮਸੀਹ ਨੂੰ ਦੱਬਿਆ ਗਿਆ ਉਹ ਜਦੋਂ ਅਸੀਂ ਪਾਣੀ ਦੇ ਥੱਲੇ ਪਾਣੀ ਦੇ ਅੰਦਰ ਜਾਂਦੇ ਆ ਉਹ ਜਿੱਦਾਂ ਪ੍ਰਭੂ ਯਿਸੂ ਮਸੀਹ ਦੱਬਿਆ ਗਿਆ ਅਸੀਂ ਵੀ ਉਹਦੇ ਨਾਲ ਹੀ ਦੱਬੇ ਜਾਂਦੇ। ਠੀਕ ਹੈ। ਬਪਤਿਸਮਾ ਦਰਸਾਉਂਦਾ ਹੈ ਕਿ ਅਸੀਂ ਤੋਬਾ ਕੀਤੀ ਆ ਆਪਣੇ ਪੁਰਾਣੇ ਸਰੀਰਕ ਜਿਹੜਾ ਸਾਡਾ ਜੀਵਨ ਹੀ ਉਤੋਂ ਅਸੀਂ ਮਰ ਗਏ। ਜਦੋਂ ਅਸੀਂ ਪਾਣੀ ਡੁਬਕੀ ਲਾਉਂਦੇ ਆ ਜਿੱਦਾਂ ਪ੍ਰਭੂ ਯਿਸੂ ਮਸੀਹ ਨੂੰ ਦੱਬਿਆ ਗਿਆ ਉਦਾਂ ਹੀ ਅਸੀਂ ਵੀ ਨਾਲ ਹੀ ਦੱਬੇ। ਉਹ ਲਿਖਿਆ ਕਿ ਪਿਤਾ ਦੀ ਵਡਿਆਈ ਦੇ ਵਸੀਲੇ ਨਾਲ ਮਸੀਹ ਮੁਰਦਿਆਂ ਵਿੱਚੋਂ ਜੀਵਾਲਿਆ ਗਿਆ ਔਰ ਪ੍ਰਭੂ ਯਿਸੂ ਮਸੀਹ ਤੀਜੇ ਦਿਨ ਦੁਬਾਰਾ ਜਿੰਦਾ ਹੋ ਗਏ। ਔਰ ਜਦੋਂ ਅਸੀਂ ਪਾਣੀ ਵਿੱਚੋਂ ਦੁਬਾਰਾ ਫਿਰ ਬਾਹਰ ਨਿਕਲਦੇ ਆ ਤਾਂ ਫਿਰ ਸਾਡਾ ਨਵਾਂ ਜਨਮ ਹੁੰਦਾ। ਅਸਲ ਵਿੱਚ ਉਹ ਸਾਡਾ ਨਵਾਂ ਜਨਮ ਹੁੰਦਾ ਹੈ ਕਿਉਂਕਿ ਉਦੋਂ ਉਹ ਨਵਾਂ ਜਨਮ ਹੋ ਜਾਂਦਾ। ਸਾਡਾ ਪੁਰਾਣਾ ਜਿਹੜਾ ਜਨਮ ਹੈ ਸਾਰਾ ਸੰਸਾਰਿਕ ਜਨਮ ਜਿਹੜਾ ਹੋਇਆ ਸੀ ਜੋ ਜੀਵਨ ਹੀ ਸਾਰਾ ਖਤਮ ਹੋ ਜਾਂਦਾ। ਅਸੀਂ ਆਪਣੇ ਪੁਰਾਣੇ ਜੀਵਨ ਤੋਂ ਮਰ ਜਾਂਦੇ। ਠੀਕ ਹੈ। ਅਸੀਂ ਆਪਣੇ ਪੁਰਾਣੇ ਜੀਵਨ ਤੋਂ ਮਰ ਜਾਂਦੇ ਤੇ ਫਿਰ ਸਾਡਾ ਨਵਾਂ ਜਨਮ ਹੋ ਜਾਂਦਾ ਔਰ ਇਹ ਨਵਾਂ ਜਨਮ ਹੋਣਾ ਜ਼ਰੂਰੀ ਹੈ। ਮੁਕਤੀ ਪਾਉਣ ਲਈ ਸਾਨੂੰ ਇਹ ਨਵਾਂ ਜਨਮ ਲੈਣਾ ਜ਼ਰੂਰੀ ਹੈ। ਠੀਕ ਹੈ। ਕੁਝ ਜਗ੍ਹਾ ਤੇ ਹੈਗਾ ਆ ਕਿ ਜਿਨ੍ਹਾਂ ਨੇ ਬਪਤਿਸਮਾ ਨਹੀਂ ਲਿਆ ਪਰ ਫਿਰ ਵੀ ਉਸ ਵਰਗ ਵਿੱਚ ਗਏ ਆ। ਦਰਅਸਲ ਉਹਨਾਂ ਦਾ ਜੇ ਉਹਨਾਂ ਬਾਰੇ ਸੋਚਿਆ ਕਿਉਂਕਿ ਇੱਕ ਡਾਕੂ ਸੀ ਜੋ ਪ੍ਰਭੂ ਯਿਸੂ ਮਸੀਹ ਦੇ ਨਾਲ ਸੂਲੀ ਤੇ ਚੜਾਇਆ ਗਿਆ ਤੇ ਪ੍ਰਭੂ ਯਿਸੂ ਮਸੀਹ ਨੇ ਕਿਹਾ ਤੂੰ ਅੱਜ ਹੀ ਮੇਰੇ ਨਾਲ ਸਵਰਗ ਲੋਕ ਵਿੱਚ ਹੋਵੇਂਗਾ। ਤੂੰ ਸਵਰਗ ਲੋਕ ਵਿੱਚ ਗਿਆ ਕਿਉਂਕਿ ਉਹ ਸਮਾਂ ਹੋ ਰਿਹਾ ਕਿਉਂਕਿ ਉਹਦੇ ਕੋਲ ਉਸ ਸਮਾਂ ਨਹੀਂ ਹੈਗਾ। ਠੀਕ ਹੈ। ਪਰ ਜਿਨ੍ਹਾਂ ਕੋਲ ਸਮਾਂ ਹੁੰਦਾ ਆ ਉਹਨਾਂ ਚਾਹੀਦਾ ਕਿ ਅਸੀਂ ਸਮਾਂ ਰਹਿੰਦੇ ਆਪਣੇ ਤੋਬਾ ਦਾ ਇਕਰਾਰ ਕਰਕੇ ਤੇ ਬਪਤਿਸਮਾ ਲਈਏ। ਠੀਕ ਹੈ। ਫਿਰ ਵੀ ਜਦੋਂ ਅਸੀਂ ਆਪਣੀ ਤੋਬਾ ਕਰਦੇ ਆ ਜਦੋਂ ਪਾਪਾਂ ਦੀ ਤੋਬਾ ਕਰ ਲੈਂਦੇ ਆ ਬਪਤਿਸਮੇ ਤੋਂ ਪਹਿਲਾਂ ਵੀ ਜਦੋਂ ਅਸੀਂ
ਕਲੀਸਿਆ ਵਿੱਚ ਵੀ ਕਰਦੇ ਆ, ਤੇ ਅਸੀਂ ਉਦੋਂ ਵੀ ਆਪਣੇ ਪੁਰਾਣੇ ਜੀਵਨ ਤੋਂ ਕੀ ਆ, ਛੁੱਟ ਜਾਂਦੇ ਆ। ਠੀਕ ਹੈ, ਬਪਤਿਸਮਾ ਲੈਣਾ ਸਾਡਾ ਘੋਸ਼ਣਾ ਹੁੰਦਾ ਹੈ ਕਿ ਵੇਖੋ ਅਸੀਂ ਮਸੀਹ ਦੇ ਵਿੱਚ ਆ ਗਏ। ਆਪਣੇ ਵਿਸ਼ਵਾਸ ਦਾ ਪ੍ਰਗਟਾਵਾ ਹੁੰਦਾ ਹੈ ਕਿ ਮੈਂ ਮਸੀਹ ਵਿੱਚ ਹੁਣ ਪੂਰੀ ਤਰ੍ਹਾਂ ਆਇਆ। ਠੀਕ ਹੈ, ਕਿਉਂਕਿ ਜੇ ਬੰਦੇ ਨੂੰ ਪੂਰਾ ਵਿਸ਼ਵਾਸ ਨਾ ਹੋਵੇ ਤਾਂ ਅਗਰ ਵਿਸ਼ਵਾਸ ਤੋਂ ਬਿਨਾਂ ਬਪਤਿਸਮਾ ਵੀ ਨਹੀਂ ਲੈ ਸਕਦਾ। ਤਾਂ ਇੱਥੇ ਲਿਖਿਆ ਕਿ ਸਾਡਾ ਪੁਰਾਣਾ ਜੀਵਨ ਜਿਹੜਾ ਉਹ ਖਤਮ ਹੋ ਜਾਂਦਾ, ਅਸੀਂ ਪੁਰਾਣੇ ਜੀਵਨ ਤੋਂ ਕੀ ਆ, ਮਰ ਗਏ। ਠੀਕ ਹੈ, ਸਾਨੂੰ ਮਰਨਾ ਪੈਣਾ ਆ, ਪੁਰਾਣੇ ਜੀਵਨ ਤੋਂ ਸਾਨੂੰ ਮਰਨਾ ਪੈਣਾ ਅਗਰ ਅਸੀਂ ਆਪਣਾ ਸਦੀਵਕ ਜੀਵਨ ਪਰਮੇਸ਼ਰ ਕੋਲੋਂ ਪਾਉਣਾ ਹੈ। ਜੀਵਨ ਪਾਉਣ ਲਈ ਸਾਨੂੰ ਮਰਨਾ ਪੈਣਾ। ਇੱਕ ਸੰਸਾਰਿਕ ਜੀਵਨ ਆ ਜਿਹੜਾ ਸਾਡੀ ਸਰੀਰਕ ਦੇਹ ਆ, ਜਿਹੜੀ ਇਹਨੂੰ ਹਰ ਇੱਕ ਇਨਸਾਨ ਨੇ ਛੱਡਣਾ ਹੈ। ਉਹ ਭਾਵੇਂ ਪ੍ਰਭੂ ਵਿੱਚ ਹੈਗਾ ਭਾਵੇਂ ਪ੍ਰਭੂ ਵਿੱਚ ਨਹੀਂ ਹੈਗਾ, ਇਹ ਕੁਦਰਤ ਦਾ ਨਿਯਮ ਹੈ ਕਿ ਉਹਨੂੰ ਸੰਸਾਰ ਨੂੰ ਛੱਡ ਕੇ ਜਾਣਾ ਪੈਣਾ। ਠੀਕ ਹੈ, ਪਰ ਸੰਸਾਰ ਨੂੰ ਛੱਡ ਕੇ ਜਾਣ ਤੋਂ ਬਾਅਦ ਉਹਦਾ ਕੀ ਹੋਊਗਾ, ਠੀਕ ਹੈ, ਇਹ ਉਹਨੂੰ ਪਤਾ ਨਹੀਂ। ਪਰ ਸਾਨੂੰ ਪਤਾ ਆ ਕਿ ਬਾਈਬਲ ਕਹਿੰਦੀ ਆ ਕਿ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰੋ ਤੇ ਤੁਹਾਨੂੰ ਸਦੀਵਕ ਜੀਵਨ ਮਿਲੇਗਾ। ਠੀਕ ਹੈ, ਉਹ ਸਦੀਵਕ ਜੀਵਨ ਪਾਉਣ ਵਾਸਤੇ ਸਾਨੂੰ ਇੱਕ ਵਾਰੀ ਮਰਨਾ ਪੈਣਾ। ਉਹ ਮਰਨਾ ਕੀ ਹੈ ਕਿ ਆਪਣੇ ਪਾਪਾਂ ਤੋਂ ਤੋਬਾ ਕਰਨੀ ਪੈਣੀ। ਜਦੋਂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰ ਲਈ ਆ, ਸਮਝੋ ਸਾਡਾ ਪੁਰਾਣਾ ਜਿਹੜਾ ਜੀਵਨ ਸਾਰਾ ਕੁਝ ਮਰ ਗਿਆ। ਅਸੀਂ ਪੁਰਾਣੇ ਜੀਵਨ ਚੋਂ ਮਰ ਗਏ, ਹੁਣ ਸਾਡਾ ਨਵਾਂ ਜਨਮ ਹੋ ਚੁੱਕਾ। ਜਦੋਂ ਅਸੀਂ ਪ੍ਰਭੂ ਨੂੰ ਕਬੂਲ ਕਰ ਲੈਂਦੇ ਫਿਰ ਸਾਡਾ ਨਵਾਂ ਜਨਮ ਹੋ ਜਾਂਦਾ ਹੈ। ਠੀਕ ਹੈ, ਫਿਰ ਸਾਡਾ ਨਵਾਂ ਜਨਮ ਹੋ ਜਾਂਦਾ ਹੈ। ਇਸ ਤੋਂ ਅੱਗੇ ਅਸੀਂ ਪੜਾਂਗੇ ਰੋਮੀਆਂ ਦੀ ਪੱਤਰੀ ਹੈ 7, ਇਸ ਤੋਂ ਅਗਲੇ ਅਧਿਆਏ 4 ਔਰ 5 ਪੜਾਂਗੇ। ਸੋ ਮੇਰਿਓ ਭਰਾਵੋ, ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਸ਼ਰਾਂ ਦੇ ਸਰਬੰਧੋਂ ਮਰ ਗਏ। ਭਾਈ ਤੁਸੀਂ ਦੂਏ ਦੇ ਹੋ ਜਾਓ, ਅਰਥਾਤ ਉਹ ਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਾਂ ਜੋ ਅਸੀਂ ਪਰਮੇਸ਼ਵਰ ਦੇ ਲਈ ਫਲ ਦਈਏ। ਜਦ ਅਸੀਂ ਸਰੀਰਕ ਸਾਂ ਤਦ ਪਾਪਾਂ ਦੀਆਂ ਕਾਮਨਾ ਤੋਂ ਸ਼ਰਾਂ ਦੇ ਕਾਰਨ ਸਨ। ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸਨ ਭਾਈ ਮੌਤ ਦੇ ਲਈ ਫਲ ਦੇਣ। ਪਰ ਅਸੀਂ ਹਾਲੇਲੂਇਆ 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 ਹਾਲੇਲੂਇਆ। ਇੱਥੇ ਲਿਖਿਆ, ਸੋ ਮੇਰਿਓ ਭਰਾਵੋ, ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਸ਼ਰਾਂ ਦੇ ਸਰਬੰਧੋਂ ਮਰ ਗਏ। ਕਹਿੰਦਾ ਜੋ ਸ਼ਰਾਂ ਸੀ, ਯਹੂਦੀ ਕੌਮ ਵਿੱਚ ਇੱਕ ਸ਼ਰਾਂ ਸੀ, ਜੋ ਯਹੂਦੀ ਲੋਕ ਸ਼ਰਾਂ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਸੀ, ਜੋ ਪਰਮੇਸ਼ਰ ਨੇ ਮੂਸਾ ਨੂੰ ਦਿੱਤੀ ਸੀ, ਉਹ ਯਹੂਦੀ ਲੋਕ ਉਹਨੂੰ ਹੀ ਅਪਣਾਉਂਦੇ ਸੀ। ਔਰ ਇੱਥੇ ਲਿਖਿਆ ਕਿ ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰ ਲਏ ਆ, ਅਸੀਂ ਆਪਣੇ ਪੁਰਾਣੇ ਜੀਵਨ ਤੋਂ ਕੀ ਆ, ਮਰ ਜਾਂਦੇ, ਛੁੱਟ ਜਾਂਦੇ। ਜੋ ਬੰਦਿਸ਼ਾਂ, ਜੋ ਵਹਿਮ ਭਰਮ, ਜਿਹੜੇ ਕੰਮ ਅਸੀਂ ਪਹਿਲਾਂ ਕਰਦੇ ਸਾਂ, ਉਹਨਾਂ ਤੋਂ ਅਸੀਂ ਮਰ ਜਾਂਦੇ। ਇੱਥੇ ਸ਼ਰਾਂ ਦਿੱਤੀ ਸੀ ਪਰਮੇਸ਼ਰ ਨੇ ਮੂਸਾ ਦੇ ਦੁਆਰਾ, ਪਰ ਪ੍ਰਭੂ ਯਿਸੂ ਮਸੀਹ ਨੇ ਅਗਰ ਜਦੋਂ ਜਿਹੜਾ ਬੰਦਾ ਫਿਰ ਪ੍ਰਭੂ ਯਿਸੂ ਮਸੀਹ ਵਿੱਚ ਆਉਂਦਾ, ਉਹ ਸ਼ਰਾਂ ਤੋਂ ਕੀ ਆ, ਛੁੱਟ ਜਾਂਦਾ। ਕਹਿੰਦਾ ਹੁਣ ਤੁਸੀਂ ਉਸ ਬੰਧਨ ਵਿੱਚ ਨਹੀਂ ਰਹੇ। ਜਿੱਦਾਂ ਅੱਜ ਅਸੀਂ ਲੋਕੀ ਕਰਦੇ ਕਿ ਜੋ ਅਸੀਂ ਕਈ ਲੋਕੀ ਜਦੋਂ ਪ੍ਰਭੂ ਵਿੱਚ ਆਉਂਦੇ, ਹਾਲੇ ਵੀ ਉਹਨਾਂ ਦੇ ਮਨ 'ਚ ਹੁੰਦਾ ਕਿ ਅਸੀਂ ਪਹਿਲੀਆਂ ਜਿਹੜੀ ਸੁਖਨਾਵਾਂ ਸੁਖੀਆਂ ਆ ਉਹਨਾਂ ਦਾ ਕੀ ਹੋਊਗਾ। ਠੀਕ ਹੈ, ਪਰ ਬਾਈਬਲ ਕਹਿੰਦੀ ਹੈ ਕਿ ਜਦੋਂ ਅਸੀਂ ਪ੍ਰਭੂ ਵਿੱਚ ਆ ਗਏ, ਸਾਰਾ ਕੰਮ ਉਹ ਸਾਰਾ ਛੁੱਟ ਗਿਆ, ਉਹ ਖਤਮ, ਉਹਦਾ ਸਾਰਾ ਲੇਖਾ ਜੋਖਾ ਖਤਮ ਹੋ ਗਿਆ। ਹੁਣ ਪ੍ਰਭੂ ਵਿੱਚ ਆ ਗਏ ਜੇ, ਤੁਸੀਂ ਨਵੀਂ ਸ੍ਰਿਸ਼ਟ ਹੋਏ ਗਏ ਜੇ, ਸਾਰੀਆਂ ਗੱਲਾਂ ਸਾਰੀਆਂ ਕੀ ਆ, ਬੀਤ ਗਈਆਂ। ਠੀਕ ਹੈ, ਸੋ ਮੇਰਿਓ ਭਰਾਵੋ, ਤੁਸੀਂ ਵੀ ਮਸੀਹ ਦੀ ਦੇਹੀ ਦੇ ਵਸੀਲੇ ਨਾਲ ਸ਼ਰਾਂ ਦੇ ਸਰਬੰਧੋਂ ਮਰ ਗਏ। ਬਈ ਤੁਸੀਂ ਦੂਏ ਦੇ ਹੋ ਜਾਓ, ਅਰਥਾਤ ਉਹਦੇ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ। ਕਹਿੰਦਾ ਹੁਣ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਹੋ ਜਾਓ, ਜਿਹਨੂੰ ਤੁਸੀਂ ਮੁਕਤੀਦਾਤਾ ਕਬੂਲ ਕਰਕੇ ਅਪਣਾਇਆ। ਹੁਣ ਸਿਰਫ ਤੁਸੀਂ ਕੀ ਕਰਨਾ ਹੈ, ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਚੱਲਣਾ। ਦਰਅਸਲ ਇਹ ਕੋਈ ਧਰਮ ਨਹੀਂ ਹੈ, ਇਹ ਕੋਈ ਧਰਮ ਨਹੀਂ ਹੈ, ਸਿਰਫ ਅਸੀਂ ਪ੍ਰਭੂ ਦੀ ਸਿੱਖਿਆ ਦੇ ਅਨੁਸਾਰ ਚੱਲਣਾ। ਠੀਕ ਹੈ, ਕਈ ਲੋਕ ਜਦੋਂ ਨੇ ਆਪਣਾ ਧਰਮ ਬਦਲਿਆ, ਧਰਮ ਨਾਂ ਦੀ ਕੋਈ ਚੀਜ਼ ਵੈਸੇ ਹੈ ਨਹੀਂ ਹੈ, ਇਹ ਲੋਕਾਂ ਨੇ ਆਪੇ ਬਣਾਈ ਆ। ਪਹਿਲੀ ਗੱਲ ਹੈ ਕਿ ਪਹਿਲਾਂ ਅਸੀਂ ਦੂਜਿਆਂ ਦੀਆਂ ਸਿੱਖਿਆਵਾਂ ਤੇ ਚੱਲਦੇ ਹਾਂ, ਹੁਣ ਅਸੀਂ ਪ੍ਰਭੂ ਯਿਸੂ ਮਸੀਹ ਦੀ ਸਿੱਖਿਆਵਾਂ ਦੇ ਮਗਰ ਚੱਲਣਾ। ਫਰਕ ਸਿਰਫ ਇੰਨਾ ਹੈ। ਠੀਕ ਹੈ ਨਾ, ਪਹਿਲਾਂ ਸਿੱਖਿਆ ਦੂਜੀ ਲੈਨੇ ਹਾਂ, ਹੁਣ ਸਿੱਖਿਆ ਅਸੀਂ ਪ੍ਰਭੂ ਦੀ ਲੈਨੇ ਹਾਂ। ਜੋ ਬਾਈਬਲ ਸਾਨੂੰ ਸਿਖਾਉਂਦੀ, ਫਿਰ ਅਸੀਂ ਉਸੇ ਹਿਸਾਬ ਨਾਲ ਸਿੱਖਿਆ ਦੇ ਅਨੁਸਾਰ ਚੱਲਣਾ।
ਕਹਿੰਦਾ ਹੁਣ ਤੁਸੀਂ ਦੂਏ ਦੇ ਹੋ ਜਾਓ, ਅਰਥਾਤ ਉਹ ਜਿਹੜਾ ਮੁਰਦਿਆਂ ਵਿੱਚੋਂ ਜਿਵਾਲਿਆ ਗਿਆ, ਤਾਂ ਜੋ ਅਸੀਂ ਪਰਮੇਸ਼ਰ ਦੇ ਲਈ ਫਲ ਦਈਏ। ਹੁਣ ਕਹਿੰਦਾ ਸਾਡਾ ਕੰਮ ਕੀ ਆ? ਪਰਮੇਸ਼ਰ ਲਈ ਫਲ ਦੇਣਾ। ਪਹਿਲਾਂ ਅਸੀਂ ਕੀ ਕੰਮ ਕਰਦੇ ਆ? ਸਿਰਫ ਆਪਣੇ ਲਈ ਕੰਮ ਕਰਦੇ ਆ, ਸਿਰਫ ਆਪਣੇ ਲਈ ਜੀਣਾ, ਆਪਣੇ ਕੰਮਾਂ ਲਈ ਜੀਣਾ, ਆਪਣੇ ਬੱਚਿਆਂ ਲਈ ਜੀਣਾ। ਠੀਕ ਆ, ਸਾਰੀ ਦੁਨੀਆ ਇਦਾਂ ਹੀ ਕਰਦੇ ਸੀ, ਉਹ ਆਉਂਦਾ ਹੀ ਜਾਂਦੀ ਸੀ, ਇਦਾਂ ਪੀੜ੍ਹੀਓ ਪੀੜ੍ਹੀ ਬੀਤਦੀ ਜਾਂਦੀ। ਪਰ ਇੱਥੇ ਲਿਖਿਆ ਹੁਣ ਤੁਸੀਂ ਪ੍ਰਭੂ ਵਿੱਚ, ਜੇ ਤੁਹਾਡਾ ਪੁਰਾਣਾ ਜੀਵਨ ਖਤਮ ਹੋ ਗਿਆ, ਹੁਣ ਤੁਸੀਂ ਕਿਹਦੇ ਲਈ ਜੀਣਾ ਆ? ਪ੍ਰਭੂ ਦੇ ਲਈ ਜੀਣਾ। ਪੁਰਾਣੇ ਕੰਮਾਂ ਤੋਂ ਅਸੀਂ ਮਰ ਗਏ, ਹੁਣ ਅਸੀਂ ਪ੍ਰਭੂ ਦੇ ਲਈ ਜੀਣਾ ਆ, ਉਹਦੇ ਲਈ, ਪਰਮੇਸ਼ਰ ਦੇ ਲਈ ਫਲ ਦੇਣਾ। ਹੁਣ ਅਸੀਂ ਜੋ ਵੀ ਕੰਮ ਕਰਨਾ, ਜੋ ਫਲ ਲੈ ਕੇ ਆਉਣਾ, ਸਿਰਫ ਕਿਹਦੇ ਲਈ ਲਿਆਉਣਾ ਆ? ਪਰਮੇਸ਼ਰ ਦੇ ਲਈ। ਠੀਕ ਹੈ, ਪਰਮੇਸ਼ਰ ਦੇ ਲਈ ਫਲ ਲੈ ਕੇ ਆਉਣਾ। ਜਦ ਅਸੀਂ ਸਰੀਰਕ ਸਾਂ ਤਦ ਪਾਪਾਂ ਦੀਆਂ ਕਾਮਨਾ ਜੋ ਸ਼ਰ੍ਹਾ ਦੇ ਘਟ ਸਨ ਸਾਡੇ ਅੰਗਾਂ ਵਿੱਚ ਪ੍ਰੇਰਨਾ ਕਰਦੀਆਂ ਸਨ, ਭਈ ਮੌਤ ਦੇ ਲਈ ਫਲ ਦੇਣ। ਕਹਿੰਦਾ ਜਦੋਂ ਅਸੀਂ ਸਰੀਰਕ ਸਾਂ, ਹੁਣ ਇੱਥੇ ਵੱਡੀ ਗੱਲ ਇਹ ਕੀ ਆ? ਇਹ ਜੀਵਨ ਕੀ ਆ? ਇਹ ਆਤਮਿਕ ਜੀਵਨ ਜੀਣਾ। ਹੁਣ ਪਹਿਲਾਂ ਇਹ ਸਰੀਰਕ ਜੀਵਨ ਜੀਨੇ ਹਾਂ, ਹੁਣ ਕੀ ਜੀਵਨ ਹੈ? ਆਤਮਿਕ ਜੀਵਨ ਜੀਣਾ ਹੈ। ਇੱਥੇ ਲਿਖਿਆ ਪਹਿਲਾਂ ਸਰੀਰਕ ਸਾਂ, ਪਹਿਲਾਂ ਅਸੀਂ ਕੀ ਹਾਂ? ਸਰੀਰਕ ਸਾਂ। ਅਸੀਂ ਆਪਣੀਆਂ ਸਰੀਰਕ ਲੋੜਾਂ ਨੂੰ ਪੂਰੀਆਂ ਕਰਨ ਵਾਸਤੇ ਸਾਰਾ ਕੰਮ ਕਰਦੇ ਹਾਂ, ਕਿਉਂਕਿ ਅਸੀਂ ਸ਼ੁਰੂ ਤੋਂ ਹੀ ਸੁਣਿਆ ਕਿ ਤੁਹਾਡੇ ਭਲੇ ਕੰਮ ਤੁਹਾਨੂੰ ਬਚਾਉਣਗੇ। ਤੁਹਾਡੇ ਜੋ ਤੁਸੀਂ ਭਲੇ ਕੰਮ ਕਰੋਗੇ, ਤੁਹਾਡਾ ਉਸੇ ਹਿਸਾਬ ਨਾਲ ਨਿਆਂ ਹੋਣਾ ਹੈ। ਪਰ ਬਾਈਬਲ ਕੀ ਕਹਿੰਦੀ ਹੈ ਕਿ ਤੁਹਾਡੇ ਭਲੇ ਕੰਮ ਵੀ ਤੁਹਾਨੂੰ ਬਚਾ ਦੇ ਸਕਦੇ। ਮੰਨ ਲਓ ਤੁਸੀਂ ਭਲੇ ਕੰਮ ਕੀਤੇ ਆ, ਠੀਕ ਆ, ਸਾਰੇ ਬੰਦੇ ਭਲੇ ਹੀ ਕੰਮ ਕਰੀ ਜਾਂਦੇ ਆ, ਬੁਰਾ ਕੋਈ ਕੰਮ ਨਹੀਂ ਕਰਦਾ। ਜੇ ਭਲੇ ਕੰਮ ਕੀਤੇ ਠੀਕ ਹੈ, ਤੇ ਜਿਹੜੇ ਬੁਰੇ ਕੰਮ, ਉਹਨਾਂ ਦਾ ਫਲ ਕੌਣ ਦੇਊਗਾ? ਉਹਨਾਂ ਦਾ ਫਲ ਕੌਣ ਦੇਊਗਾ? ਠੀਕ ਹੈ ਨਾ, ਇਹ ਸੁਣਿਆ ਨਾ ਕਿ ਜੋ ਭਲੇ ਕੰਮ ਕਰੋ, ਤੁਸੀਂ ਭਲੇ ਕੰਮ ਕਰੋਗੇ ਤਾਂ ਤੁਹਾਨੂੰ ਚੰਗੀ ਜਗ੍ਹਾ, ਤੇ ਜਿਹੜੇ ਬੁਰੇ ਕੰਮ ਕੀਤੇ ਉਹਦਾ ਕੀ ਫਲ? ਉੱਥੇ ਤਕੜੀ ਥੋੜੀ ਹੈ, ਇੱਧਰ ਭਲੇ ਤੇ ਬੁਰੇ ਰੱਖਣੇ ਆ, ਨਾਪਾ ਤੋਲਾ ਕਰਾਂਗੇ, ਵੇਖੋ ਕਿਹਦਾ ਵਾਧਿਆ। ਜੇ ਭਲੇ ਚ ਕੰਮ ਚੰਗੇ ਆ ਤੇ ਇਹਨੂੰ ਚੰਗੀ ਜਗ੍ਹਾ, ਜੇ ਬੁਰੇ ਕੰਮ ਕਰਦੇ ਤਾਂ ਮਾੜੀ ਜਗ੍ਹਾ, ਉਹ ਕੰਮ ਨਹੀਂ ਹੋਣਾ। ਤੁਹਾਨੂੰ ਇੱਥੇ ਲਿਖਿਆ ਹਰ ਇੱਕ ਇਨਸਾਨ ਨੂੰ ਆਪਣੇ ਕਰਮਾਂ ਦਾ ਲੇਖਾ ਦੇਣਾ। ਜੇ ਚੰਗੇ ਕੰਮ ਕੀਤੇ ਤੁਹਾਨੂੰ ਉਹਦਾ ਲੇਖਾ ਵੀ ਦੇਣਾ ਪੈਣਾ, ਮਾੜੇ ਕੰਮਾਂ ਦਾ ਲੇਖਾ ਵੀ ਦੇਣਾ ਪੈਣਾ। ਉਹ ਬਾਈਬਲ ਵਿੱਚ ਮੈਂ ਪੜ੍ਹਦਾ ਪਿਆ, ਇੱਥੇ ਲਿਖਿਆ ਕਿ ਤੁਹਾਨੂੰ ਜੋ ਤੁਸੀਂ ਆਪਣੇ ਮਨ 'ਚ ਖਿਆਲ ਕਰਦੇ ਜੇ ਨਾ, ਤੁਹਾਨੂੰ ਉਹਦਾ ਲੇਖਾ ਵੀ ਦੇਣਾ ਪੈਣਾ। ਅਸੀਂ ਆਪਣੇ ਮਨ ਵਿੱਚ ਵੀ ਜੋ ਸੋਚਦੇ ਆ ਕਿਸੇ ਦੇ ਪ੍ਰਤੀ, ਸਾਨੂੰ ਉਹਦਾ ਲੇਖਾ ਵੀ ਦੇਣਾ ਪੈਣਾ। ਤੇ ਕੰਮ ਦੇ ਦੂਰ ਦੀ ਗੱਲ, ਤੇ ਬਾਈਬਲ ਕਹਿੰਦੀ ਆ ਕਿ ਤੁਹਾਨੂੰ ਭਲੇ ਕੰਮਾਂ ਦੇ ਕਰਕੇ ਅਸੀਂ ਬਚ ਨਹੀਂ ਸਕਦੇ। ਇੱਕੋ ਪਰਮੇਸ਼ਰ ਨੇ ਜਰੀਆ ਬਣਾਇਆ, ਉਹ ਕੌਣ ਆ? ਪ੍ਰਭੂ ਯੀਸ਼ੂ ਮਸੀਹ। ਕਿਉਂਕਿ ਪ੍ਰਭੂ ਨੇ ਕਿਹਾ ਕਿ ਕੋਈ ਮੇਰੇ ਵਸੀਲੇ ਬਿਨਾ ਪਿਤਾ ਕੋਲ ਨਹੀਂ ਆ ਸਕਦਾ। ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰਕੇ ਹੀ ਅਸੀਂ ਮੁਕਤੀ ਪਾ ਸਕਦੇ ਹਾਂ। ਜਦੋਂ ਪ੍ਰਭੂ ਨੂੰ ਕਬੂਲ ਕਰ ਲਿਆ, ਉਸ ਤੋਂ ਬਾਅਦ ਸਾਡਾ ਇਹ ਜ਼ਿੰਮੇਵਾਰੀ ਬਣ ਜਾਂਦੀ ਕਿ ਅਸੀਂ ਭਲੇ ਹੀ ਕੰਮ ਕਰਨੇ। ਠੀਕ ਹੈ, ਕਿਉਂਕਿ ਜਦ ਅਸੀਂ ਸਰੀਰਕ ਸਾਂ ਤਦ ਪਾਪਾਂ ਦੀਆਂ ਕਾਮਨਾ ਜੋ ਸ਼ਰ੍ਹਾ ਦੇ ਘਟ ਸਨ ਸਾਡੇ ਅੰਗਾਂ ਨੂੰ ਪ੍ਰੇਰਨਾ ਕਰਦੀਆਂ ਸਨ, ਭਾਈ ਮੌਤ ਦੇ ਲਈ ਫਲ ਦੇਣ। ਕਹਿੰਦਾ ਜਦੋਂ ਅਸੀਂ ਪਹਿਲਾਂ ਸਰੀਰਕ ਸਾਂ, ਸਾਡੇ ਸਰੀਰ, ਸਾਡੀਆਂ ਕਾਮਨਾਵਾਂ ਸਾਨੂੰ ਪ੍ਰੇਰਨਾ ਦਿੰਦੀਆਂ ਸੀ, ਅਸੀਂ ਫਲ ਲਿਆਈਏ ਕਿਹਦੇ ਲਈ? ਮੌਤ ਦੇ ਲਈ। ਉਦੋਂ ਸਿਰਫ ਮੌਤ ਹੀ। ਪਰ ਜਦੋਂ ਪ੍ਰਭੂ ਵਿੱਚ ਆਏ ਨੇ, ਪ੍ਰਭੂ ਨੂੰ ਕਬੂਲ ਕਰ ਲੈਂਦੇ ਆ, ਫਿਰ ਸਾਨੂੰ ਸਦੀਪਕ ਜੀਵਨ ਮਿਲਦਾ ਹੈ, ਤੇ ਫਿਰ ਅਸੀਂ ਕਿਹਦੇ ਕੰਮ ਕਰਨੇ ਆ? ਪਰਮੇਸ਼ਰ ਦੇ ਲਈ ਕੰਮ ਕਰਨੇ। ਠੀਕ ਹੈ, ਕਿਉਂਕਿ ਅਸੀਂ ਪਹਿਲੋਂ ਆਪਣੇ ਪਹਿਲੇ ਕੰਮਾਂ ਤੋਂ ਕੀ ਆ? ਮਰ ਗਏ। ਅਸੀਂ ਪਹਿਲੇ ਕੰਮਾਂ ਤੋਂ ਕੀ ਆ? ਮਰ ਗਏ ਆ। ਇੱਕ ਮਿੰਟ ਯੂਹੰਨਾ ਕੱਢਿਓ, ਹਾਂ ਯੂਹੰਨਾ 12 ਦਾ 24। ਯਹੂਦਾ 12 ਦਾ 24। ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ, ਪਰ ਜੇ ਮਰੇ ਤਾਂ ਉਹ ਬਹੁਤ ਸਾਰਾ ਫਲ ਦਿੰਦਾ। ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ। ਇੱਥੇ ਪ੍ਰਭੂ ਯੀਸ਼ੂ ਮਸੀਹ ਨੇ 2 ਵਾਰੀ ਸੱਚ-ਸੱਚ ਕਿਹਾ ਨਾ, ਕਿ ਇਹ ਗੱਲ ਕੀ ਆ? ਸੱਚ ਫਾਈਨਲ ਹੈ, ਇਹ ਗੱਲ ਪੱਕੀ ਹੈ। ਬਾਈਬਲ 'ਚ ਜਿੱਥੇ ਵੀ ਤੁਸੀਂ 2 ਵਾਰੀ ਆਖੋ, ਸੁਣੋ ਕਿ ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਨਾ ਕਿ ਇਹ ਕਸਮ ਖਾਣ ਦੇ ਬਰਾਬਰ ਹੈ। ਪਰ ਬਾਈਬਲ 'ਚ ਲਿਖਿਆ ਕਿ ਤੁਸੀਂ ਕਸਮ ਨਾ ਖਾਣਾ। ਠੀਕ ਹੈ, ਪਰ ਇਹਦੇ ਤੇ ਮੋਹਰ ਲੱਗ ਜਾਂਦੀ ਹੈ ਕਿ ਇਹ ਗੱਲ ਕੀ ਆ? ਪੱਕੀ ਆ।
ਮੈਂ ਤੁਹਾਨੂੰ ਸੱਚ-ਸੱਚ ਆਖਦਾ ਹਾਂ, ਜੋ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ ਤਾਂ ਉਹ ਇਕੱਲਾ ਹੀ ਰਹਿੰਦਾ ਹੈ, ਪਰ ਜੇ ਮਰੇ ਤਾਂ ਉਹ ਬਹੁਤ ਸਾਰਾ ਫਲ ਦਿੰਦਾ ਦਿੰਦਾ ਹੈ। ਪ੍ਰਭੂ ਯਿਸੂ ਮਸੀਹ ਨੇ ਇੱਥੇ ਇੱਕ ਉਦਾਹਰਨ ਦਿੱਤੀ ਹੈ ਕਿ ਇੱਕ ਕਣਕ ਦੇ ਦਾਣੇ ਦੀ। ਠੀਕ ਹੈ, ਇੱਕ ਕਣਕ ਦਾ ਦਾਣਾ ਕਹਿੰਦਾ ਜੇ ਨਾ ਮਰੇ, ਮਰਨ ਦਾ ਮਤਲਬ ਕਿ ਉਹ ਜ਼ਮੀਨ ਵਿੱਚ ਜਾਵੇ। ਠੀਕ ਆ, ਉਹ ਜਦੋਂ ਜ਼ਮੀਨ ਵਿੱਚ ਜਾ ਕੇ ਤੇ ਜਿੰਨੇ ਜਿਕਰ ਉਹ ਕਣਕ ਦਾ ਦਾਣਾ ਪਾਟੇ ਨਾ, ਉਹਦੇ ਵਿੱਚੋਂ ਨਵਾਂ ਪੌਦਾ ਪੁੰਗਰ ਨਹੀਂ ਸਕਦਾ। ਕਹਿੰਦੇ ਜੇ ਕਣਕ ਦਾ ਦਾਣਾ ਜੇ ਜ਼ਮੀਨ ਵਿੱਚ ਪੈ ਕੇ ਨਾ ਮਰੇ, ਜੇ ਉੱਪਰ ਹੀ ਪਿਆ ਰਵੇ ਤਾਂ ਉਹਨੂੰ ਕੋਈ ਫਲ ਦੇ ਸਕਦਾ ਨਾ, ਉਹਨੂੰ ਪਿਆ ਹੀ ਰਹਿਣਾ ਉੱਤੇ। ਠੀਕ ਹੈ, ਉਹਨੂੰ ਜ਼ਮੀਨ ਵਿੱਚ ਜਾਣਾ ਪੈਣਾ ਹੈ, ਉਹਨੂੰ ਮਰਨਾ ਪੈਣਾ ਹੈ। ਪਰ ਜੇ ਮਰੇ ਤਾਂ ਬਹੁਤ ਸਾਰਾ ਫਲ ਦਿੰਦਾ ਹੈ। ਹੁਣ ਇੱਕ ਦਾਣਾ ਜਦੋਂ ਉਹਦੇ ਵਿੱਚ ਨਿਕਲਦਾ ਸਿੱਟਾ ਤੇ ਫਿਰ ਉਹਨੂੰ ਕਿੰਨੇ ਦਾਣੇ ਲੱਗ ਜਾਂਦੇ। ਕਹਿੰਦਾ ਬਹੁਤ ਫਲ ਦਿੰਦਾ ਹੈ, ਪਰ ਫਲ ਕਿੱਦਾਂ ਦਿੰਦਾ ਆ? ਪਹਿਲੋਂ ਉਹਨੂੰ ਮਰਨਾ ਪੈਣਾ, ਪਹਿਲੋਂ ਉਹਨੂੰ ਮਰਨਾ ਪੈਣਾ। ਹੁਣ ਸਾਨੂੰ ਵੀ ਸੰਸਾਰਿਕ ਗੱਲਾਂ ਤੋਂ ਮਰਨਾ ਪੈਣਾ ਹੈ, ਜਿਹੜੀਆਂ ਪਹਿਲੀਆਂ ਗੱਲਾਂ, ਹਾਂਜੀ ਜਿਹੜੀਆਂ ਪਹਿਲੀਆਂ ਗੱਲਾਂ ਅਸੀਂ ਆਪਣੇ ਜੀਵਨ 'ਚ ਕਰਦੇ ਹਾਂ, ਜਿਹੜੇ ਪਹਿਲੇ ਕੰਮ ਆਪਣੇ ਜੀਵਨ 'ਚ ਕਰਦੇ ਆ, ਸਾਨੂੰ ਉਹਨਾਂ ਤੋਂ ਮਰਨਾ ਪੈਣਾ। ਤੇ ਜੇ ਨਾ ਮਰੇ ਤਾਂ ਸਾਨੂੰ ਜੀਵਨ ਨਹੀਂ ਮਿਲਦਾ। ਜੇ ਨਾ ਮਰੇ ਤੇ ਜੀਵਨ ਨਹੀਂ ਮਿਲਦਾ, ਉਸ ਦੀਪਕ ਜੀਵਨ ਨਹੀਂ ਮਿਲਦਾ। ਇਸ ਕਰਕੇ ਮਰਨਾ ਪੈਣਾ। ਮਰਨਾ ਕਿੱਦਾਂ ਆ? ਆਪਣੇ ਪਾਪਾਂ ਤੋਂ ਤੋਬਾ ਕਰਨੀ ਹੈ ਪਹਿਲਾਂ, ਕਿ ਮੈਂ ਆਪਣੇ ਪਾਪਾਂ ਤੋਂ ਤੋਬਾ ਕਰਦਾ। ਜੋ ਮੈਂ ਪਾਪ ਕੀਤੇ ਮੈਂ ਉਹਨਾਂ ਨੂੰ ਮੰਨਦਾ ਹਾਂ, ਮੈਂ ਉਹਨਾਂ ਨੂੰ ਕੀ ਆ? ਮੰਨਦਾ ਹਾਂ। ਠੀਕ ਹੈ, ਉਹ ਫਿਰ ਪ੍ਰਭੂ ਯਿਸੂ ਮਸੀਹ ਨੂੰ ਕਬੂਲ ਕਰਦੇ ਆ, ਫਿਰ ਸਾਡਾ ਨਵਾਂ ਜਨਮ ਸ਼ੁਰੂ ਹੋ ਜਾਂਦਾ ਹੈ। ਕਹਿੰਦਾ ਫਿਰ ਹੀ ਅਸੀਂ ਫਲ ਲੈ ਕੇ ਆਉਂਦੇ ਹਾਂ। ਠੀਕ ਹੈ, ਹੁਣ ਪਹਿਲੇ ਕੰਮਾਂ ਦੇ ਬਾਰੇ ਹੀ ਪੜ੍ਹਦੇ ਹਾਂ। ਗਲਾਤੀਆਂ ਦੀ ਪੱਤਰੀ ਕੱਢਿਆ ਗਿਆ, ਗਲਾਤੀਆ ਗਲਾਤੀਆਂ 5 ਦਾ 1 ਮਿੰਟ, ਤੁਸੀਂ ਪਹਿਲਾਂ ਕਰੋ ਕੁਲਸੀਆਂ ਕੱਢ ਲਓ। ਕੁਲਸੀਆਂ ਕਿੰਨਾ ਕੁਲਸੀਆਂ 3 ਦਾ ਤੇਲ ਦਾ ਕਿੰਨਾ 5 ਚਾਰ ਪੰਜ ਕੀ ਨਹੀਂ ਬੋਲੋ ਬੋਲੋ। ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ, ਅਰਥਾਤ ਹਰਾਮਕਾਰੀ, ਗੰਧ, ਮੰਦ, ਕਾਮਨਾ, ਬੁਰੀ ਇੱਛਾ ਅਤੇ ਲੋਭ ਨੂੰ, ਜਿਹੜਾ ਮੂਰਤੀ ਪੂਜਾ ਹੈ। ਦੇਖੋ, ਇਸ ਲਈ ਤੁਸੀਂ ਆਪਣੇ ਅੰਗਾਂ ਨੂੰ ਜੋ ਧਰਤੀ ਉੱਤੇ ਹਨ ਮਾਰ ਸੁੱਟੋ। ਕਹਿੰਦਾ ਹੁਣ ਤੁਸੀਂ ਆਪਣੇ ਅੰਗਾਂ ਨੂੰ ਮਾਰ ਸੁੱਟਣਾ। ਇਹ ਇੱਕ ਅੰਗ ਆ ਜੋ ਸਾਡੇ ਨਾਲ ਜੁੜੇ ਆ। ਇਹਨੂੰ ਅਸੀਂ ਜੇ ਦੂਜੇ ਤਰੀਕੇ ਨਾਲ ਵੇਖੀਏ ਤੇ ਉਹ ਅੰਗ ਕਿਹੜੇ ਆ? ਸਾਡੇ ਜੀਵਨ ਦੇ ਇੱਕ ਅੰਗ ਬਣ ਕੇ ਬੈਠੇ ਆ, ਜਿਨ੍ਹਾਂ ਨੂੰ ਅਸੀਂ ਆਪਣਾ ਅੰਗ ਸਮਝਦੇ ਹਾਂ। ਠੀਕ ਹੈ, ਉਹ ਕੀ ਹੈ? ਕਹਿੰਦਾ ਅਰਥਾਤ, ਇੱਥੇ ਲਿਖਿਆ ਅਰਥਾਤ, ਜਿਹਦਾ ਮਤਲਬ ਆ ਹਰਾਮਕਾਰੀ, ਜਿਹਨੂੰ ਅਸੀਂ ਆਪਣੇ ਸਰੀਰ ਦਾ ਇੱਕ ਹਿੱਸਾ ਬਣਾ ਕੇ ਬੈਠੇ ਹਾਂ। ਹਰਾਮਕਾਰੀ ਕਰਨਾ ਮਤਲਬ ਕਿ ਗਲਤ ਸੰਬੰਧ ਬਣਾਉਣਾ ਜਾਂ ਗਲਤ ਇੱਛਾਵਾਂ ਆਪਣੇ ਮਨ 'ਚ ਰੱਖਣੀਆਂ ਕਿਸੇ ਦੇ ਪ੍ਰਤੀ, ਆਪਣੇ ਮਨ 'ਚ ਪ੍ਰਤੀ ਕਿਸੇ ਨਾਲ ਬੁਰੀ ਇੱਛਾ ਰੱਖਣੀ। ਗੰਦਮੰਦ, ਕਾਮਨਾ, ਬੁਰੀ ਇੱਛਾ, ਗੰਦਮੰਦ ਜੋ ਆਪਣੇ ਜੀਵਨ 'ਚ ਅਸੀਂ ਪਹਿਲੋਂ ਕਰਦੇ ਹਾਂ। ਠੀਕ ਹੈ, ਕਈ ਤਰ੍ਹਾਂ ਦੇ ਗੰਦਮੰਦ ਹੀ, ਗਾਲੀ ਗਲੋਚ ਕਰਨਾ ਜਾਂ ਕਿਸੇ ਨਾਲ ਲੜਾਈ ਝਗੜਾ ਕਰਨਾ। ਕਾਮਨਾ, ਮਾੜੀ ਕਾਮਨਾ ਰੱਖਣੀ, ਗਲਤ ਕਾਮਨਾ ਰੱਖਣੀ, ਬੁਰੀ ਇੱਛਾ ਰੱਖਣੀ ਹੈ। ਤੇ ਲੋਭ, ਲਾਲਚ, ਜਿਹੜਾ ਮੂਰਤੀ ਪੂਜਾ ਹੈ, ਇਹਨਾਂ ਨੂੰ ਇਹ 'ਚ ਰੱਖਿਆ ਹੈ। ਠੀਕ ਹੈ, ਪਹਿਲਾਂ ਸਾਨੂੰ ਇਹ ਚੀਜ਼ ਮਹਿਸੂਸ ਨਹੀਂ ਇਹ ਵੀ ਸਾਡੀ ਜ਼ਿੰਦਗੀ ਦਾ ਇੱਕ ਹਿੱਸਾ ਹੀ ਹੈ। ਪਰ ਉੱਥੇ ਕੀ ਲਿਖਿਆ ਕਿ ਤੁਸੀਂ ਉਹਨਾਂ ਨੂੰ ਮਾਰ ਸੁੱਟੋ, ਧਰਤੀ ਉੱਤੋਂ ਮਾਰ ਸੁੱਟੋ। ਠੀਕ ਹੈ, ਇਹਨਾਂ ਚੀਜ਼ਾਂ ਨੂੰ ਮਾਰਨਾ ਹੈ ਆਪਣੇ ਜੀਵਨ 'ਚੋਂ, ਇਹਨਾਂ ਚੀਜ਼ਾਂ ਨੂੰ ਮਾਰਨਾ ਹੈ। ਕਿਉਂ? ਜੋ ਇਹਨਾਂ ਗੱਲਾਂ ਦੇ ਕਾਰਨ ਪਰਮੇਸ਼ਰ ਦਾ ਕ੍ਰੋਧ ਅਨਾਗਿਆਕਾਰੀ ਦੇ ਪੁੱਤਰਾਂ ਉੱਤੇ ਪੈਂਦਾ ਹੈ, ਜਿਨ੍ਹਾਂ ਦੇ ਰਾਹ ਤੁਸੀਂ ਵੀ ਅੱਗੇ ਚੱਲਦੇ ਸੋ, ਜਿਸ ਵੇਲੇ ਉਹਨਾਂ ਵਿੱਚ ਜਿਉਂਦੇ ਸੋ। ਕਹਿੰਦਾ ਪਹਿਲਾਂ ਤੁਸੀਂ ਵੀ ਇਹਨਾਂ ਰਾਹਾਂ ਤੇ ਚੱਲਦੇ ਸੀ, ਪਹਿਲਾਂ ਤੁਸੀਂ ਇਹਨਾਂ ਵਿੱਚ ਜਿਉਂਦੇ ਸੀ, ਪਹਿਲਾਂ ਅਸੀਂ ਉਹਦੇ 'ਚ ਜਿਉਂਦੇ ਹਾਂ ਤੇ ਉਹਨਾਂ ਰਾਹਾਂ ਉੱਤੇ ਹੀ ਚੱਲਦੇ ਹਾਂ। ਪਰ ਕਹਿੰਦਾ ਹੁਣ ਤੁਸੀਂ ਉਹਨਾਂ ਤੋਂ ਕੀ ਆ? ਮਰ ਗਏ। ਹੁਣ ਅਸੀਂ ਉਹਨਾਂ ਕੰਮਾਂ ਤੋਂ ਮਰ ਗਏ। ਪਹਿਲਾਂ ਸਰੀਰਕ ਸਾਂ, ਹੁਣ ਆਤਮਿਕ ਹੋ ਗਏ। ਪਰ ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ, ਅਰਥਾਤ ਹੁਣ ਇੱਥੇ ਲਿਖਿਆ
ਹੁਣ ਤੁਸੀਂ ਇਹਨਾਂ ਸਾਰੀਆਂ ਗੱਲਾਂ ਨੂੰ ਅਰਥਾਤ ਅਰਥਾਤ ਕੋਪ, ਕ੍ਰੋਧ, ਬਦੀ, ਦੁਰਬਚਨ ਅਤੇ ਆਪਣੇ ਮੂੰਹੋਂ ਗੰਦੀਆਂ ਗਾਲਾਂ ਕੱਢਣੀਆਂ ਛੱਡ ਦਿਓ। ਕਹਿੰਦਾ ਇਹਨਾਂ ਨੂੰ ਆਪਣੇ ਜੀਵਨ ਚੋਂ ਛੱਡ ਦਿਓ, ਕਿਉਂਕਿ ਤੁਸੀਂ ਪਹਿਲੇ ਇਹਨਾਂ ਕੰਮਾਂ ਤੋਂ ਮਰ ਚੁੱਕੇ ਜੇ। ਹੁਣ ਦੁਬਾਰਾ ਇਹ ਆਪਣੇ ਜੀਵਨ ਵਿੱਚ ਲਾਗੂ ਨਹੀਂ ਕਰਨੀ। ਠੀਕ ਹੈ, ਇੱਕ ਦੂਏ ਨਾਲ ਝੂਠ ਨਾ ਮਾਰੋ, ਕਿਉਂ ਜੋ ਤੁਸੀਂ ਪੁਰਾਣੀ ਇਨਸਾਨੀਅਤ ਨੂੰ ਉਹਦੀਆਂ ਕਰਨੀਆਂ ਸਨੇ ਲਾ ਸੁੱਟਿਆ। ਕਹਿੰਦਾ ਤੁਹਾਡੀ ਪੁਰਾਣੀ ਇਨਸਾਨੀਅਤ ਤੁਸੀਂ ਆਪਣੇ ਉੱਤੋਂ ਲਾ ਕੇ ਸੁੱਟ, ਉਹ ਤੁਹਾਡੇ ਨਾਲ ਹੀ ਪਾਣੀ ਦੇ ਵਿੱਚ ਮਰ ਗਈ, ਦੱਬੀ ਗਈ ਆ। ਤੁਸੀਂ ਨਵੇਂ ਸਿਰਿਓਂ ਜੀ ਉੱਠੇ ਜੇ, ਨਵੇਂ ਸਿਰਿਓਂ ਜੀ ਉੱਠੇ ਜੇ। ਠੀਕ ਹੈ, ਇੱਕ ਇਹਦਾ ਕੱਢਿਓ, ਗਲਾਤੀਆਂ ਕੱਢੋ, ਗਲਾਤੀਆਂ 5:24 ਕੱਢਿਓ। ਅਤੇ ਜਿਹੜੇ ਮਸੀਹ ਯੀਸ਼ੂ ਦੇ ਹਨ, ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ ਦਿੱਤਾ। ਹਾਲੇਲੂਇਆ। ਹਾਲੇਲੂਇਆ। ਅਤੇ ਜਿਹੜੇ ਮਸੀਹ ਯਿਸੂ ਦੇ ਹਨ, ਹੁਣ ਕਹਿੰਦੇ ਜਿਹੜੇ ਪ੍ਰਭੂ ਯਿਸੂ ਮਸੀਹ ਚ ਆ ਗਏ ਆ, ਜਿਨ੍ਹਾਂ ਨੇ ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰ ਲਿਆ ਆ, ਉਹ ਪ੍ਰਭੂ ਯਿਸੂ ਮਸੀਹ ਦੇ ਹੋ ਗਏ। ਉਹ ਕਿਹਦੇ ਹੋ ਗਏ ਆ? ਹੁਣ ਉਹ ਪ੍ਰਭੂ ਯਿਸੂ ਮਸੀਹ ਦੇ ਹੋ ਗਏ ਆ। ਬਾਈਬਲ ਕੀ ਕਹਿੰਦੀ ਹੈ ਕਿ ਹੁਣ ਤੁਸੀਂ ਆਪਣੇ ਆਪ ਦੇ ਵੀ ਨਹੀਂ ਜਿਹੜੇ, ਤੁਸੀਂ ਆਪਣੇ ਵਾਸਤੇ ਵੀ ਕੰਮ ਨਹੀਂ ਕਰਨਾ, ਤੁਸੀਂ ਜੋ ਵੀ ਕੰਮ ਕਰਨਾ ਪ੍ਰਭੂ ਯਿਸੂ ਮਸੀਹ ਵਾਸਤੇ ਹੀ ਕਰਨਾ। ਅਤੇ ਜਿਹੜੇ ਮਸੀਹ ਯਿਸੂ ਦੇ ਹਨ, ਉਹਨਾਂ ਨੇ ਸਰੀਰ ਨੂੰ ਉਹਦੀਆਂ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਚਾੜ ਦਿੱਤਾ। ਕਹਿੰਦਾ ਹੁਣ ਤੁਸੀਂ ਵੀ ਜਿੱਦਾਂ ਪ੍ਰਭੂ ਯਿਸੂ ਮਸੀਹ ਸਲੀਬ ਤੇ ਚੜੇ, ਜਿਹੜੇ ਹੁਣ ਪ੍ਰਭੂ ਯਿਸੂ ਮਸੀਹ ਦੇ ਹੋ ਗਏ ਜੇ, ਹੁਣ ਤੁਸੀਂ ਵੀ ਆਪਣੀਆਂ ਸਾਰੀਆਂ ਸਰੀਰ ਦੀਆਂ ਕਾਮਨਾਵਾਂ ਜਿਹੜੀਆਂ ਹੈਗੀਆਂ ਸੀ ਅਤੇ ਵਿਸ਼ਿਆਂ ਨੂੰ, ਕਾਮਨਾ ਅਤੇ ਵਿਸ਼ਿਆਂ ਨੂੰ, ਜੋ ਸਾਡੇ ਵਿਸ਼ੇ ਸੀ ਪੁਰਾਣੇ ਮਾੜੇ ਵਿਸ਼ੇ, ਬੁਰੀਆਂ ਸੋਚਾਂ, ਕ੍ਰੋਧ ਜੋ ਇਹ ਪਿੱਛੇ ਪੜੇ, ਠੀਕ ਹੈ, ਮਾੜਾ ਸੁਭਾਅ, ਬੁਰਾ ਸੁਭਾਅ, ਇਹਨਾਂ ਕਹਿੰਦਾ ਕਾਮਨਾ ਅਤੇ ਵਿਸ਼ਿਆਂ ਸਣੇ ਸਲੀਬ ਉੱਤੇ ਕੀ ਆ? ਚਾੜ ਦਿੱਤਾ, ਆਪਣੇ ਸਰੀਰ ਨੂੰ ਹੀ ਚੜਾ ਦਿੱਤਾ। ਹੁਣ ਅਸੀਂ ਆਪਣੇ ਸਰੀਰ ਦੇ ਅਨੁਸਾਰ ਨਹੀਂ ਚੱਲਣਾ, ਹੁਣ ਅਸੀਂ ਆਤਮਾ ਦੇ ਅਨੁਸਾਰ ਚੱਲਣਾ। ਠੀਕ ਹੈ, ਕਿਉਂਕਿ ਜਦੋਂ ਕੋਈ ਇਨਸਾਨ ਤੋਬਾ ਕਰਦਾ ਆ, ਜਦੋਂ ਕੋਈ ਇਨਸਾਨ ਸੱਚੇ ਦਿਲੋਂ ਤੋਬਾ ਕਰਦਾ ਆ, ਪ੍ਰਭੂ ਯਿਸੂ ਮਸੀਹ ਨੂੰ ਆਪਣਾ ਮੁਕਤੀਦਾਤਾ ਕਬੂਲ ਕਰਦਾ ਆ, ਪਵਿੱਤਰ ਆਤਮਾ ਉਹਦੇ ਜੀਵਨ 'ਚ ਕੰਮ ਕਰਨਾ ਸ਼ੁਰੂ ਕਰ ਦਿੰਦਾ। ਪਵਿੱਤਰ ਆਤਮਾ ਉਦੋਂ ਹੀ ਉਹਦੇ ਜੀਵਨ 'ਚ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ। ਠੀਕ ਹੈ, ਪਰ ਅੱਗੇ ਲਿਖਿਆ, ਜੇ ਅਸੀਂ ਆਤਮਾ ਦੁਆਰਾ ਜਿਉਂਦੇ ਹਾਂ ਤਾਂ ਆਤਮਾ ਦੁਆਰਾ, ਇੱਥੇ ਲਿਖਿਆ ਵੀ ਹੁਣ ਪਹਿਲਾਂ ਸਰੀਰ ਦੁਆਰਾ ਜੀਨੇ ਹਾਂ, ਸਰੀਰਕ ਜੀਨੇ ਹਾਂ, ਹੁਣ ਆਤਮਿਕ ਜੀਵਨ ਹੋ ਗਿਆ ਆ। ਹੁਣ ਪਵਿੱਤਰ ਆਤਮਾ ਸਾਡੇ ਜੀਵਨ ਵਿੱਚ ਆ ਗਿਆ। ਜਦੋਂ ਅਸੀਂ ਤੋਬਾ ਕਰਦੇ ਆ, ਬਪਤਿਸਮਾ ਲੈਂਦੇ ਆ, ਪਵਿੱਤਰ ਆਤਮਾ ਸਾਡੇ ਜੀਵਨ ਵਿੱਚ ਆ ਜਾਂਦਾ। ਤੇ ਕਹਿੰਦਾ ਜੀ ਆਤਮਾ ਦੁਆਰਾ ਹੁਣ ਸਾਡਾ ਜਨਮ ਹੋ ਗਿਆ। ਹੁਣ ਸਾਡਾ ਜਨਮ ਕਾਹਦੇ ਦੁਆਰਾ ਹੋ ਗਿਆ? ਆਤਮਾ ਦੁਆਰਾ। ਠੀਕ ਹੈ, ਅਸਲੀ ਜਨਮ ਉਹ ਹੀ ਆ ਜਦੋਂ ਸਾਡਾ ਨਵਾਂ ਜਨਮ ਹੁੰਦਾ ਹੈ, ਉਹ ਆਤਮਾ ਫੇਰ ਸਾਨੂੰ ਮਿਲਦਾ, ਪਵਿੱਤਰ ਆਤਮਾ ਫੇਰ ਮਿਲਦਾ ਹੈ। ਹੁਣ ਅਸੀਂ ਆਤਮਾ ਦੁਆਰਾ ਜੀਣ ਰਿਹਾ ਪਏ ਆ, ਤੇ ਕਹਿੰਦਾ ਸੀ ਜੇ ਆਤਮਾ ਦੁਆਰਾ ਜੀਣੇ ਆ ਤੇ ਫਿਰ ਉਹਦੇ ਦੁਆਰਾ ਚੱਲੀਏ ਵੀ, ਆਤਮਾ ਦੁਆਰਾ ਚੱਲੀਏ। ਫਿਰ ਆਤਮਾ ਤਾਂ ਸਾਨੂੰ ਮਿਲ ਗਿਆ, ਪਰ ਅਸੀਂ ਉਹਦੀ ਮੰਨਦੇ ਹਲੇ ਵੀ ਨਹੀਂ, ਅਸੀਂ ਉਹਦੇ ਦੁਆਰਾ ਜੀਂਦੇ ਨਹੀਂ। ਠੀਕ ਹੈ, ਉਹਦੇ ਦੁਆਰਾ ਆਪਣੇ ਜੀਵਨ ਹੁਣ ਬਤੀਤ ਨਹੀਂ ਕਰਨ ਦੇ। ਹਲੇ ਵੀ ਅਸੀਂ ਆਪਣੇ ਸਰੀਰ ਨੂੰ ਅੱਗੇ ਰੱਖ ਕੇ ਚੱਲਣ ਦੇ, ਆਪਣੀਆਂ ਸਰੀਰਕ ਕਾਮਨਾਵਾਂ ਨੂੰ ਅੱਗੇ ਰੱਖ ਕੇ ਚੱਲਣ ਦੇ। ਬਾਈਬਲ ਕੀ ਕਹਿੰਦੀ ਆ ਕਿ ਅਸੀਂ ਤੇ ਆਪਣੇ ਸਰੀਰ ਦੀਆਂ ਜੇ ਕਾਮਨਾ ਤੇ ਵਿਸ਼ੇ ਨੂੰ ਸਲੀਬ ਉੱਤੇ ਚਾੜ ਦਿੱਤਾ। ਹੁਣ ਸਾਡਾ ਜੀਵਨ ਪਵਿੱਤਰ ਆਤਮਾ ਦੁਆਰਾ ਹੈ, ਤੇ ਜੇ ਪਵਿੱਤਰ ਆਤਮਾ ਦੁਆਰਾ ਅਸੀਂ ਜੀ ਪਏ ਆ ਤੇ ਉਹਦੇ ਦੁਆਰਾ ਹੁਣ ਚੱਲੀਏ। ਸਾਡਾ ਫਰਜ਼ ਬਣਦਾ ਕਿ ਪਵਿੱਤਰ ਆਤਮਾ ਦੀ ਅਗਵਾਈ ਹੇਠ ਚੱਲੀਏ, ਜਿੱਦਾਂ ਪਵਿੱਤਰ ਆਤਮਾ ਸਾਨੂੰ ਅਗਵਾਈ ਕਰਦਾ। ਪਰ ਹੁੰਦਾ ਉਲਟਿਆ, ਅਸੀਂ ਪਵਿੱਤਰ ਆਤਮਾ ਦੀ ਗੱਲ ਨਹੀਂ ਮੰਨਦੇ, ਅਸੀਂ ਉਹ ਮੰਨਦੇ ਜੋ ਸਾਡਾ ਸਰੀਰ ਸਾਨੂੰ ਕਹਿੰਦਾ। ਇਹਦਾ ਮਤਲਬ ਕਿ ਹਲੇ ਅਸੀਂ ਪੂਰੀ ਤਰ੍ਹਾਂ ਮਰੇ ਨਹੀਂ। ਜੇ ਹਲੇ ਅੱਜ ਵੀ ਅਸੀਂ ਸਰੀਰ ਦੇ ਅਨੁਸਾਰ ਚੱਲਦੇ ਆ, ਇਹਦਾ ਮਤਲਬ ਹਲੇ ਤੱਕ ਅਸੀਂ ਪੂਰੀ ਤਰ੍ਹਾਂ ਨਹੀਂ ਮਰੇ। ਤੇ ਜੇ ਮਰਾਂਗੇ ਨਹੀਂ ਤੇ ਫਿਰ ਫਲ ਕਿੱਦਾਂ ਲੈ ਕੇ ਆਵਾਂਗੇ? ਸਾਫ਼ ਲਿਖਿਆ
ਜੇਕਰ ਦਾਣਾ ਜ਼ਮੀਨ ਵਿੱਚ ਜਾ ਕੇ ਨਾ ਮਰੇ ਤਾਂ ਫਲ ਕਿੱਥੋਂ ਲਿਆਊਗਾ? ਠੀਕ ਹੈ, ਸਾਡੇ ਜੀਵਨ 'ਚ ਤੈਨੂੰ ਉਹ ਚੀਜ਼ਾਂ ਲੱਭਦੀਆਂ ਨਹੀਂ, ਸਾਡੇ ਜੀਵਨ 'ਚ ਤੈਨੂੰ ਉਹ ਫਲ ਨਜ਼ਰ ਨਹੀਂ ਨਾ ਆਉਂਦੇ, ਕਿਉਂਕਿ ਅਸੀਂ ਆਪਣੇ ਆਪ ਨੂੰ ਮਾਰਦੇ ਹੀ ਨਹੀਂ, ਅਸੀਂ ਚੰਗੀ ਤਰ੍ਹਾਂ ਮਰੇ ਨਹੀਂ। ਤੇ ਪੜਨ ਦੇ ਆ, ਜੇ ਮਰਾਂਗੇ ਨਹੀਂ ਤਾਂ ਸਾਨੂੰ ਜੀਵਨ ਨਹੀਂ ਮਿਲਣਾ। ਜੀਵਨ ਪਾਉਣ ਵਾਸਤੇ, ਦੀਪਕ ਜੀਵਨ ਪਾਉਣ ਵਾਸਤੇ ਸਾਨੂੰ ਮਰਨਾ ਪੈਣਾ। ਦੀਪਕ ਜੀਵਨ ਪਾਉਣ ਵਾਸਤੇ ਸਾਨੂੰ ਮਰਨਾ ਪੈਣਾ। ਸਾਫ਼ ਲਿਖਿਆ, ਜੇ ਅਸੀਂ ਆਤਮਾ ਦੁਆਰਾ ਜੀ ਪਏ ਆ ਤੇ ਆਤਮਾ ਦੁਆਰਾ ਚੱਲੀਏ ਵੀ। ਅਸੀਂ ਫੋਕਾ ਘਮੰਡ ਨਾ ਕਰੀਏ, ਇੱਕ ਦੂਜੇ ਨੂੰ ਨਾ ਖਜਾਈਏ, ਇੱਕ ਦੂਏ ਨਾਲ ਨਾ ਖਾਰ ਕਰੀਏ। ਕਹਿੰਦਾ ਨਾ ਘਮੰਡ ਕਰੀਏ ਤੇ ਨਾ ਖਜਾਈਏ ਤੇ ਨਾ ਹੀ ਖਾਰ ਕਰੀਏ। ਇਹ ਸਾਰੇ ਸਰੀਰਕ ਵਿਸ਼ੇ, ਇਹ ਆਤਮਿਕ ਵਿਸ਼ੇ ਨਹੀਂ। ਤੇ ਬਾਈਬਲ ਕਹਿੰਦੀ ਕਿ ਅਸੀਂ ਉਹ ਵਿਸ਼ੇ ਤਾਂ ਸਾਰੇ ਅਸੀਂ ਸਲੀਬ ਤੇ ਚੜਾਤੇ। ਇਹ ਚੀਜ਼ਾਂ ਹੱਲੇ ਵੀ ਸਾਡੇ ਮਨ 'ਚ ਤੁਰੀਆਂ ਫਿਰਨ ਡੀਆਂ। ਅਸੀਂ ਅੱਜ ਵੀ ਕਿਸੇ ਦੀ ਗੱਲ ਆਪਣੇ ਮਨ 'ਚ ਸਹਾਰ ਕੋਈ ਮਾੜੀ ਜੀ ਕੋਈ ਗੱਲ ਕਰ ਜੇ ਤੇ ਹੱਲੇ ਵੀ ਸਾਨੂੰ ਉਸੇ ਵੇਲੇ ਸਾਡਾ ਪਾਰਾ ਹਾਈ ਹੋ ਜਾਂਦਾ। ਠੀਕ ਹੈ, ਜੋ ਕੋਈ ਗੱਲ ਨਿੱਕੀ ਜੀ ਗੱਲ ਕਹੇ ਨਾ ਤੇ ਅਸੀਂ ਆਪਣਾ ਰੋ ਰੋ ਕੇ ਬੁਰਾ ਹਾਲ ਕਰ ਦਿੰਦੇ, ਫਿਰ ਮੈਨੂੰ ਕਹੀ ਕਿਉਂ? ਬਾਈਬਲ ਤੇ ਕਹਿੰਦੀ ਕਿ ਜਦੋਂ ਪ੍ਰਭੂ ਨੂੰ ਕਬੂਲ ਕਰ ਲਿਆ ਫਿਰ ਅਸੀਂ ਤੇ ਉਹ ਸਾਰੇ ਵਿਸ਼ੇ ਹੀ ਸਲੀਬ ਤੇ ਚੜਾਤੇ। ਫਿਰ ਸਾਨੂੰ ਕੋਈ ਕਵੇ ਭਾਵੇਂ ਨਾ ਕਵੇ, ਅਸੀਂ ਆਤਮਿਕ ਹੋ ਗਏ, ਹੁਣ ਇਹ ਸਰੀਰਕ ਨਹੀਂ ਰਹੇ। ਠੀਕ ਹੈ, ਸੰਸਾਰ ਵੱਲੋਂ ਕੀ ਆ? ਮੁਰਦੇ ਬੰਦੇ ਨੂੰ ਕੁਝ ਕਰੋ ਤੇ ਉਹਨੂੰ ਕੁਝ ਹੁੰਦਾ, ਉਹਨੂੰ ਚੁੰਡੀ ਭੋਰੋ, ਉਹਨੂੰ ਗਾਲਾਂ ਕੱਢੋ, ਉਹਨੂੰ ਕੁਝ ਹੋਣਾ, ਉਹਨੂੰ ਪਿਆਰ ਨਾਲ, ਕਿਉਂਕਿ ਮੁਰਦੇ ਦਾ ਉਹ ਤਾਂ ਮਰ ਗਿਆ, ਸੰਸਾਰ ਵੱਲ ਤਾਂ ਮਰ ਗਿਆ। ਹੁਣ ਸਾਡਾ ਜਨਮ ਹੋ ਗਿਆ ਆਤਮਾ ਦੁਆਰਾ, ਤੇ ਸੰਸਾਰ ਜੋ ਮਰਜ਼ੀ ਕਹਿੰਦਾ ਰਵੇ, ਸਾਨੂੰ ਉਹਦੇ ਨਾਲ ਕੋਈ ਦਿੱਕਤ ਹੋਣੀ ਨਹੀਂ ਚਾਹੀਦੀ। ਠੀਕ ਹੈ, ਸਾਡਾ ਧਿਆਨ ਕਿੱਧਰ ਹੋਣਾ ਚਾਹੀਦਾ? ਸਿਰਫ ਪ੍ਰਭੂ ਵੱਲ, ਕਿ ਅਸੀਂ ਪ੍ਰਭੂ ਵਾਸਤੇ ਫਲ ਲਿਆਉਣਾ, ਕਿਉਂਕਿ ਅਸੀਂ ਸੰਸਾਰ ਵੱਲ ਤਾਂ ਮਰ ਗਏ। ਕੋਈ ਜੋ ਮਰਜ਼ੀ ਕਹੀ ਜਾਵੇ ਕਹੀ ਜਾਵੇ, ਠੀਕ ਹੈ, ਆਪਣੇ ਮਨੋਂ ਨੂੰ ਮਾਫ ਕਰ ਦੋ ਤੇ ਪਛਾੜ ਦੋ, ਕਿਉਂਕਿ ਬਾਈਬਲ ਕਹਿੰਦੇ ਤੂੰ ਬੁਰੇ ਦੇ ਵੱਟਾ ਬੁਰਾ ਨਾ। ਪਰ ਹੁੰਦਾ ਉਲਟ ਹੈ, ਕਹਿੰਦਾ ਹੱਲੇ ਵੀ ਅਸੀਂ ਘਮੰਡ ਲਈ ਫਿਰਨ ਡੇ ਆ, ਹੱਲੇ ਵੀ ਅਸੀਂ ਇੱਕ ਦੂਜੇ ਨੂੰ ਖਿਜਾਉਂਦੇ ਆ, ਇੱਕ ਦੂਜੇ ਨਾਲ ਹੱਲੇ ਵੀ ਖਾਰ ਖਾਂਦੇ। ਇਹ ਚੀਜ਼ਾਂ ਨਿਕਲਣ ਡੇ, ਮਤਲਬ ਕਿ ਹੱਲੇ ਮਰੇ ਨਹੀਂ, ਜੇ ਮਰਾਂਗੇ ਨਹੀਂ ਤਾਂ ਫਲ ਕਿੱਦਾਂ ਹੋਊਗਾ? ਇੱਕ ਵਾਰ ਪ੍ਰਾਰਥਨਾ ਕਰ, ਪ੍ਰਭੂ ਮੈਨੂੰ ਅੱਗੇ ਵਧਾ, ਪ੍ਰਭੂ ਮੈਂ ਅੱਗੇ ਵਧਣਾ ਚਾਹੁੰਦਾ, ਅੱਗੇ ਵਧਾ ਕਿਦੀ? ਪ੍ਰਭੂ ਤਾਂ ਕਹਿੰਦਾ ਮੈਂ ਤੈਨੂੰ ਆਤਮਾ ਦਿੱਤਾ, ਉਹਦੀ ਸੁਣ। ਅਸੀਂ ਆਤਮਾ ਦੀ ਸੁਣਦੇ ਨਹੀਂ, ਸਰੀਰ ਦੀ ਸੁਣੀ ਜਾਂਦੇ। ਸੰਸਾਰ ਵੱਲੋਂ ਆਪਣੇ ਕੰਨਾਂ ਨੂੰ ਬੰਦ ਕਰੋ ਤੇ ਆਤਮਾ ਦੀ ਗੱਲ ਸੁਣੋ, ਤੇ ਫੇਰ ਹੀ ਅਸੀਂ ਅੱਗੇ ਵਧ ਸਕਦੇ, ਫਲ ਫੇਰ ਆਉਣੇ ਸਾਡੇ ਜੀ। ਇਹ ਨਿੱਕੀਆਂ ਨਿੱਕੀਆਂ ਗੱਲਾਂ ਜਦੋਂ ਸੁਣ ਕੇ ਅਸੀਂ ਆਪਣੇ ਆਪ ਨੂੰ ਗੁੱਸੇ ਵਿੱਚ ਬਣਾ ਲੈਣੇ ਨਾ, ਤੇ ਫਿਰ ਉਹ ਚੀਜ਼ਾਂ ਸਾਨੂੰ ਮਾਰੀਆਂ। ਇਹਦਾ ਮਤਲਬ ਅਸੀਂ ਆਪਣੇ ਆਪ ਨੂੰ ਮਾਰਿਆ ਨਹੀਂ ਹਲੇ ਤੱਕ। ਠੀਕ, ਪ੍ਰਭੂ ਨੇ ਤਾਂ ਸਾਨੂੰ ਮੌਕਾ ਦਿੱਤਾ, ਪਰ ਅਸੀਂ ਆਪ ਹੀ ਨਹੀਂ ਮੌਕਾ ਲੈਣਾ। ਫਲ ਰੁਕੇ ਆ ਕਿੱਥੇ? ਕਿਉਂਕਿ ਅਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਨਹੀਂ ਮਾਰਦੇ। ਸਰੀਰਕ ਹੱਲੇ ਵੀ ਸਾਡੇ ਅੰਦਰ ਸਰੀਰਕਤਾ ਹੀ ਜਿੰਦੀ ਹੈ। ਠੀਕ ਹੈ, ਆਤਮਿਕਤਾ ਹੱਲੇ ਤੱਕ ਸਾਡੇ ਅੰਦਰ ਆਈ ਨਹੀਂ। ਅੱਛਾ, ਇੱਕ ਹੋਰ ਅਸੀਂ ਪੜਾਂਗੇ ਗਲਾਤੀਆਂ ਦੀ ਪੱਤਰੀ 6:14। ਇਹਦਾ ਇੱਕ ਤੋਂ ਅੱਗੇ 6:14 ਪੜਿਓ। ਪਰ ਮੈਥੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਅਭਿਮਾਨ ਕਰਾਂ, ਬਿਨਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ ਜੇਲ ਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੀ ਵੱਲੋਂ ਸਲੀਬ ਉੱਤੇ ਚੜਿਆ ਗਿਆ। ਬਸ, ਹਾਲੇਲੂਇਆ, ਹਾਲੇਲੂਇਆ। ਇਹ ਸਾਫ਼ ਲੇਤਾ ਮੈਂ ਸੰਤ ਪੌਲੁਸ ਕੀ ਕਹਿੰਦਾ ਹੈ? ਪਰ ਮੈਥੋਂ ਇਹ ਨਾ ਹੋਵੇ ਜੋ ਮੈਂ ਕਿਸੇ ਹੋਰ ਗੱਲ ਉੱਤੇ ਅਭਿਮਾਨ ਕਰਾਂ। ਕਹਿੰਦਾ ਮੈਂ ਅਭਿਮਾਨ ਨਹੀਂ ਕਿਸੇ ਚੀਜ਼ ਦਾ ਕਰਨਾ, ਬਿਨਾਂ ਸਾਡੇ ਪ੍ਰਭੂ ਯਿਸੂ ਮਸੀਹ ਦੀ ਸਲੀਬ ਦੇ। ਕਹਿੰਦਾ ਮੈਨੂੰ ਅਭਿਮਾਨ ਹੈ ਕਿ ਮੈਂ ਉਸ ਸਲੀਬ ਦੇ ਉੱਤੇ ਜਿੱਦਾਂ ਪ੍ਰਭੂ ਚੜਿਆ, ਮੈਂ ਵੀ ਆਪਣੇ ਆਪ ਨੂੰ ਉਸ ਦੇ ਲਾਇਕ ਸਮਝਦਾ ਕਿ ਮੈਂ ਵੀ ਆਪਣੀ ਸਰੀਰਤਾ ਉਹਦੇ ਅਨੁਸਾਰ ਚੜਾ ਦਿੱਤੀ ਹੈ। ਜਿਹਦੇ ਰਾਹੀਂ ਸੰਸਾਰ ਮੇਰੀ ਵੱਲੋਂ ਅਤੇ ਮੈਂ ਸੰਸਾਰ ਦੇ ਵੱਲੋਂ ਸਲੀਬ ਉੱਤੇ ਚੜਾਇਆ ਗਿਆ। ਕਹਿੰਦਾ ਹੁਣ ਮੈਂ ਸੰਸਾਰ ਵੱਲੋਂ ਮਰ ਗਿਆ, ਸੰਸਾਰ ਮੇਰੇ ਵੱਲੋਂ ਮਰ ਗਿਆ। ਠੀਕ ਹੈ, ਸੰਸਾਰ ਮੇਰੇ ਵੱਲੋਂ ਤੇ ਮੈਂ ਸੰਸਾਰ ਵੱਲੋਂ ਮਰ ਗਿਆ।
ਹੁਣ ਸੰਸਾਰ ਦੀਆਂ ਗੱਲਾਂ ਮੇਰੇ ਵਿੱਚ ਨਹੀਂ ਹੈ ਤੇ ਮੇਰੀਆਂ ਗੱਲਾਂ ਸੰਸਾਰ ਵਿੱਚ ਨਹੀਂ ਹੈ। ਹੁਣ ਮੈਂ ਸੰਸਾਰ ਵੱਲੋਂ ਮਰ ਗਿਆ, ਮੇਰੀ ਪੁਰਾਣੀ ਇਨਸਾਨੀਅਤ ਕੀ ਉਹ ਮਰ ਗਈ, ਉਹ ਸਲੀਬ ਤੇ ਚੜੀ ਗਈ, ਦੱਬਿਆ ਗਿਆ, ਮੈਂ ਪਾਣੀ ਵਿੱਚ ਚਲ ਗਿਆ, ਦੱਬਿਆ ਗਿਆ, ਹੁਣ ਮੈਂ ਨਵੇਂ ਸਿਰੋਂ ਜੀ ਉੱਠਿਆ। ਤੇ ਜਦੋਂ ਮੈਂ ਪੁਰਾਣਾ ਸਾਰਾ ਮਰ ਹੀ ਗਿਆ ਤੇ ਫਿਰ ਹੁਣ ਉਹਦਾ ਅੰਸ਼ ਵੀ ਮੇਰੇ ਵਿੱਚ ਰਹਿਣਾ ਨਹੀਂ ਚਾਹੀਦਾ। ਪਰ ਦਿੱਕਤ ਇੱਥੇ ਹੁੰਦੀ ਹੈ ਜੀ ਕੇ ਫਿਰ ਉਹਨੂੰ ਫਿਰ ਵਾਪਸ ਲੈ ਆਉਂਦੇ। ਪੁਰਾਣੀ ਇਨਸਾਨੀਅਤ ਨੂੰ ਸੁੱਟਦੇ ਨਹੀਂ ਹੈ। ਬਾਈਬਲ 'ਚ ਲਿਖਿਆ ਪੁਰਾਣੀ ਇਨਸਾਨੀਅਤ ਨੂੰ ਲਾ ਕੇ ਸੁੱਟ ਦੋ। ਉੱਥੇ ਇਹ ਨਹੀਂ ਲਿਖਿਆ ਪੁਰਾਣੀ ਇਨਸਾਨੀਅਤ ਨੂੰ ਲਾ ਕੇ ਰੱਖ ਦੋ, ਉੱਥੇ ਲਿਖਿਆ ਸੁੱਟ ਦੋ। ਜਿਹੜੀ ਚੀਜ਼ ਸੁੱਟੀ ਦੀ ਉਹ ਵਾਪਸ ਚੁੱਕੀ ਦੀ ਹੈ ਨਹੀਂ ਚੁੱਕੀ ਦੀ। ਪਰ ਅਸੀਂ ਕੀ ਕਰਦੇ ਆ, ਆਪਣੀ ਪੁਰਾਣੀ ਇਨਸਾਨੀਅਤ ਲਾ ਕੇ ਰੱਖ ਦਿੰਨੇ ਆ, ਤੋਬਾ ਕਰਦੇ ਆ, ਬਪਤਿਸਮਾ ਲੈਂਦੇ, ਫਿਰ ਇਨਸਾਨੀਅਤ ਕੀ ਆ ਪਾ ਲੈਂਦੇ। ਠੀਕ ਹੈ, ਫਿਰ ਉਹ ਇਨਸਾਨੀਅਤ ਨੂੰ ਕੀ ਆ ਪਾ ਲੈਂਦੇ। ਇੱਥੇ ਲਿਖਿਆ ਕਹਿੰਦਾ ਮੈਂ ਤੇ ਸੰਸਾਰ ਵੱਲੋਂ ਮਰ ਗਿਆ ਤੇ ਸੰਸਾਰ ਮੇਰੇ ਵੱਲੋਂ ਮਰ ਗਿਆ, ਉਹ ਸਭ ਕੁਝ ਸਲੀਬ ਤੇ ਚਾੜਿਆ ਗਿਆ। ਹੁਣ ਮੈਨੂੰ ਕਿਸੇ ਚੀਜ਼ ਦਾ ਘਮੰਡ ਨਹੀਂ, ਅਭਿਮਾਨ ਨਹੀਂ, ਮੈਨੂੰ ਸਿਰਫ ਇਸੇ ਚੀਜ਼ ਦਾ ਅਭਿਮਾਨ ਆ ਕਿ ਮੈਂ ਪ੍ਰਭੂ ਦੇ ਨਾਲ ਸੂਲੀ ਤੇ ਚੜਾਇਆ, ਮੈਂ ਆਪਣਾ ਪੁਰਾਣਾ ਜੀਵਨ ਸੂਲੀ ਉੱਤੇ ਚੜਾ ਦਿੱਤਾ, ਕਿਉਂਕਿ ਮੈਂ ਸਦੀਪਕ ਜੀਵਨ ਪਾਉਣਾ ਹੈ। ਜੇ ਅਸੀਂ ਸਦੀਪਕ ਜੀਵਨ ਪਾਉਣਾ ਹੈ ਤੇ ਸਾਨੂੰ ਪੁਰਾਣੇ ਜੀਵਨ ਤੋਂ ਮਰਨਾ ਪੈਣਾ। ਇੱਕ ਲਾਸਟ ਆਇਤ ਪੜਾਂਗੇ, ਦੂਜਾ ਤਿਮੋਥੇਉਸ ਕੱਢਿਓ 2:11। ਇਹ ਬਚਨ ਸੱਚ ਹੈ, ਕਿਉਂਕਿ ਜੇ ਅਸੀਂ ਉਹਦੇ ਨਾਲ ਮੋਏ ਤਾਂ ਉਹਦੇ ਨਾਲ ਜੀਵਾਂਗੇ ਵੀ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਹਾਲੇਲੂਇਆ। ਇਹ ਵਚਨ ਸੱਤ ਹੈ, ਕਹਿੰਦਾ ਇਹ ਵਚਨ ਸੱਚ ਹੈ, ਕਿਉਂਕਿ ਜੇ ਅਸੀਂ ਉਹਦੇ ਨਾਲ ਮੋਏ ਤਾਂ ਉਹਦੇ ਨਾਲ ਜੀਵਾਂਗੇ। ਜਿੱਦਾਂ ਪ੍ਰਭੂ ਯਿਸੂ ਮਸੀਹ ਜਵਾਲਿਆ ਗਿਆ ਤਾਂ ਅਸੀਂ ਵੀ ਜੀਵਾਂਗੇ, ਅਸੀਂ ਵੀ ਜਵਾਲੇ ਜਾਵਾਂਗੇ। ਠੀਕ ਹੈ, ਕਹਿੰਦਾ ਇਹ ਵਚਨ ਸੱਚ ਹੈ, ਕਿਉਂਕਿ ਜੇ ਅਸੀਂ ਉਹਦੇ ਨਾਲ ਮੋਏ ਤਾਂ ਉਹਦੇ ਨਾਲ ਜੀਵਾਂਗੇ ਵੀ। ਜੇ ਅਸੀਂ ਉਹਦੇ ਨਾਲ ਮੋਏ, ਮਰਨਾ ਜ਼ਰੂਰੀ। ਜੇ ਅਸੀਂ ਉਹਦੇ ਨਾਲ ਨਹੀਂ ਮਰੇ ਤੇ ਫਿਰ ਜੀਵਾਂਗੇ ਕਿੱਦਾਂ? ਇਸ ਕਰਕੇ ਸਾਨੂੰ ਮਰਨਾ ਜ਼ਰੂਰੀ ਹੈ। ਸਦੀਪਕ ਪਾਉਣਾ ਹੈ ਤੇ ਸਾਨੂੰ ਮਰਨਾ ਜ਼ਰੂਰੀ ਹੈ। ਠੀਕ ਹੈ, ਅੱਜ ਦਾ ਵਚਨ ਤੋਂ ਇਹ ਸਿੱਖਿਆ ਹੈ ਕਿ ਸਦੀਪਕ ਪਾਉਣ ਵਾਸਤੇ ਸਾਨੂੰ ਮਰਨਾ ਜ਼ਰੂਰੀ ਹੈ। ਮਰਨਾ, ਆਪਣਾ ਪੁਰਾਣਾ ਜੀਵਨ ਉਹ ਤਿਆਗਣਾ ਪੈਣਾ ਹੈ, ਉਹਦੇ ਬੁਰੇ ਵਿਸ਼ੇ, ਉਹਦੀਆਂ ਕਾਮਨਾਵਾਂ ਨੂੰ ਤਿਆਗਣਾ ਪੈਣਾ, ਫਿਰ ਹੀ ਅਸੀਂ ਨਵੇਂ ਜੀਵਨ ਦੇ ਵਿੱਚ ਜਾਵਾਂਗੇ। ਠੀਕ ਹੈ, ਮਰਨਾ ਪੈਣਾ ਆ ਜੇ ਜ਼ਿੰਦਗੀ ਪਾਉਣੀ, ਮਰ ਕੇ ਜੀਣਾ। ਅੱਜ ਦਾ ਵਚਨ ਕੀ ਹੀ? ਮਰ ਕੇ ਜੀਣਾ। ਮਰਾਂਗੇ ਨਹੀਂ ਤੇ ਜੀਵਨ ਨਹੀਂ ਮਿਲੇਗਾ। ਠੀਕ ਹੈ, ਇਸ ਕਰਕੇ ਮਰਨਾ ਜ਼ਰੂਰੀ। ਆਓ ਆਪਣੀ ਅੱਖਾਂ ਬੰਦ ਕਰੋ। ਸਾਮਰਥੀ ਖੁਦਾ ਤੇਰਾ ਧੰਨਵਾਦ, ਤੇਰੀ ਵਡਿਆਈ, ਤੇਰੀ ਮਹਿਮਾ ਕਰਦਾ। ਤੂੰ ਸੱਚਮੁੱਚ ਬੜਾ ਦਿਆਲੂ ਤੇ ਕਿਰਪਾਲੂ ਹੈ ਪਿਤਾ ਪਰਮੇਸ਼ਰ ਜੀ, ਜੋ ਅੱਜ ਦਾ ਦਿਨ ਦਿਖਾਇਆ, ਸਾਨੂੰ ਇਕੱਠਿਆਂ ਕੀਤਾ, ਤੇਰੇ ਨਾਮ ਦੀ ਵਡਿਆਈ, ਤੇਰੇ ਨਾਮ ਦੀ ਮਹਿਮਾ ਕੀਤੀ, ਕਿਉਂਕਿ ਤੁਸੀਂ ਵਡਿਆਈ ਦੇ ਯੋਗ ਹੋ, ਤੁਸੀਂ ਮਹਿਮਾ ਦੇ ਯੋਗ ਹੋ ਪਿਤਾ ਪਰਮੇਸ਼ਰ। ਪਵਿੱਤਰ ਖੁਦਾ, ਜੋ ਅੱਜ ਦਾ ਵਚਨ ਅਸੀਂ ਪੜਿਆ ਪਿਤਾ ਪਰਮੇਸ਼ਰ, ਪਵਿੱਤਰ ਆਤਮਾ ਵੱਲੋਂ ਅਸੀਂ ਜੋ ਅਸੀਂ ਸਿੱਖਿਆ ਕਿ ਅਸੀਂ ਨਾ ਮਰੀਏ ਤੇ ਅਸੀਂ ਜੀ ਨਹੀਂ ਸਕਦੇ ਪਿਤਾ ਪਰਮੇਸ਼ਰ ਜੀ। ਇਸ ਕਰਕੇ ਸਾਨੂੰ ਮਰਨਾ ਜ਼ਰੂਰੀ ਹੈ ਤਾਂ ਕਿ ਅਸੀਂ ਸਦੀਪਕ ਜੀਵਨ ਪਾਈਏ ਪਿਤਾ ਪਰਮੇਸ਼ਰ। ਜੋ ਵਚਨ ਦਾ ਖੁਦਾ, ਅੱਜ ਦਾ ਵਚਨ ਜਿਨੇ ਜਨ ਤੇਰੀ ਹਜ਼ੂਰੀ ਵਿੱਚ ਬੈਠੇ ਆ, ਇਹਨਾਂ ਦੀ ਜ਼ਿੰਦਗੀ ਵਿੱਚ ਆਸ਼ੀਸ਼ ਔਰ ਬਰਕਤ ਦਾ ਕਾਰਨ ਬਣੇ ਪਿਤਾ ਪਰਮੇਸ਼ਰ ਜੀ। ਉਹ 100 ਗੁਣਾ ਫਲ ਲੈ ਕੇ ਆਵੇ ਪਿਤਾ ਪਰਮੇਸ਼ਰ। ਤੂੰ ਰਹਿਮਤ ਕਰੀ, ਦਇਆ ਕਰੀ। ਅਗਲਾ ਸਾਰਾ ਸਮਾਂ ਤੁਹਾਡੇ ਪਵਿੱਤਰ ਤਾਂ ਸੋਨਾ ਪ੍ਰਭੂ ਯੀਸ਼ੂ ਦੇ ਪਵਿੱਤਰ ਨਾਮ ਚ ਮੰਗਦਾ। ਆਮੀਨ।